ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਨੂੰ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਵਿੱਚ ਰਾਜੀ ਖੁਸ਼ੀ ਦੇ ਨਾਲ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਮਰੀਅਮ ਮਗਦਲੀਨੀ ਦੀ ਜਾਣਕਾਰੀ ਲੈ ਰਹੇ ਸੀ ਕਿ ਕਿਵੇਂ ਜਦੋਂ ਉਹਦੀ ਮੁਲਾਕਾਤ ਪ੍ਰਭੂ ਯਿਸੂ ਜੀ ਦੇ ਨਾਲ ਹੋਈ ਤਾਂ ਉਹਦਾ ਜੀਵਨ ਬਦਲ ਗਿਆ। ਅਸੀਂ ਪ੍ਰਭੂ ਯਿਸੂ ਜੀ ਨੂੰ ਮਿਲਣ ਤੋਂ ਪਹਿਲਾਂ ਉਸ ਦੀ ਹਾਲਤ ਨੂੰ ਜਾਣਿਆ। ਅਸੀਂ ਜਾਣਿਆ ਕਿ ਉਹ ਆਪਣੇ ਸਮਾਜ ਦੇ ਵਿੱਚ ਇੱਕ ਬਦਨਾਮ ਇਸਤਰੀ ਸੀ ਅਤੇ ਭੂਤਾਂ ਪ੍ਰੇਤਾਂ ਦੇ ਨਾਲ ਜਕੜੀ ਹੋਈ ਸੀ। ਪ੍ਰਭੂ ਯਿਸੂ ਜੀ ਨੇ ਉਸ ਨੂੰ ਉਹਨਾਂ ਭੂਤਾਂ ਪ੍ਰੇਤਾਂ ਤੋਂ ਆਜ਼ਾਦ ਕਰਵਾਇਆ ਅਤੇ ਉਸ ਦਾ ਜੀਵਨ ਪੂਰੀ ਤਰ੍ਹਾਂ ਨਾਲ ਬਦਲ ਗਿਆ। ਉਸ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਦੁਆਰਾ ਇੱਕ ਨਵੀਂ ਜ਼ਿੰਦਗੀ ਮਿਲੀ। ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਨੂੰ ਮਿਲਣ ਤੋਂ ਬਾਅਦ ਉਸ ਦੀ ਹਾਲਤ ਕਿਹੋ ਜਿਹੀ ਸੀ। ਅਸੀਂ ਵੇਖਿਆ ਕਿ ਯਿਸੂ ਜੀ ਤੋਂ ਮਿਲਣ ਤੋਂ ਬਾਅਦ ਜਦੋਂ ਉਸ ਦਾ ਛੁਟਕਾਰਾ ਹੋਇਆ ਤਾਂ ਉਹ ਸੇਵਾ ਕਰਨ ਲੱਗ ਪਈ। ਹੁਣ ਅਸੀਂ ਇਸ ਤੋਂ ਅੱਗੇ ਵਧਾਂਗੇ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬਾਕੀ ਦੇ ਹਿੱਸੇ ਨੂੰ ਪੂਰਾ ਕਰਾਂਗੇ। ਸੋ ਦੋਸਤੋ, ਆਓ ਬਿਨਾਂ ਸਮਾਂ ਗਵਾਏ ਆਪਣੇ ਅਧਿਐਨ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ ਔਰ ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ਕਰਦਾ ਹਿਸਾਬ ਨਾ ਰੱਬ ਜੀ ਦੇ ਪਾਪਾਂ ਦਾ ਕਰਦਾ ਹਿਸਾਬ। ਉਹ ਤਨ ਹੈ ਕਿ ਦਿਲ ਉਹਦਾ ਨਹੀਂ ਖਰਾਬ। ਉਹ ਤਨ ਹੈ ਕਿ ਦਿਲ ਉਹਦਾ ਨਹੀਂ ਖਰਾਬ। ਉਹ ਤਨ ਜੀ ਦੇ ਬਖਸ਼ੇ ਗਏ ਸਭ ਗੁਨਾਹ ਤੇ ਢਕੇ ਗਏ ਸਾਰੇ ਔਗੁਣ ਸਦਾ। ਮੈਂ ਜਦ ਚੁੱਪ ਰਿਹਾ ਤਦ ਮੇਰੀ ਹੱਡੀਆਂ। ਮੈਂ ਜਦ ਚੁੱਪ ਰਿਹਾ ਤਦ ਮੇਰੀ ਹੱਡੀਆਂ ਕਰਾਹਦੇ ਹੋਏ ਸਾਰਾ ਦਿਨ ਕੁਲ ਗਿਆ। ਕਰਾਹਦੇ ਹੋਏ ਸਾਰਾ ਦਿਨ ਕੁਲ ਗਿਆ। ਉਹ ਤਨ ਜੀ ਦੇ ਬਖਸ਼
गए सब गुनाह ते ढके गए सारे औगुण सदा। तेरे कोल कीता गुनाह दा इकरार, तेरे कोल कीता गुनाह दा इकरार, के मन लिया मैं तेहा डाडा बदकार, के मन लिया मैं तेहा डाडा बदकार। ओ तन जी दे बख्शे गए सब गुनाह ते ढके गए सारे औगुण सदा। ओ तन जी दे बख्शे गए सब गुनाह ते ढके गए सारे औगुण सदा। ਮੇਰੇ ਦੋਸਤੋ, ਜੇ ਤੁਹਾਨੂੰ ਸੱਚਮੁੱਚ ਮਸੀਹ ਨੇ ਤੁਹਾਡੀ ਮੁਕਤੀ ਲਈ ਜੋ ਕੀਤਾ ਹੈ ਉਸ ਦੀ ਇੱਕ ਝਲਕ ਮਿਲਦੀ ਹੈ, ਤਾਂ ਤੁਸੀਂ ਬਾਕੀ ਦੀ ਆਪਣੀ ਜ਼ਿੰਦਗੀ ਉਸ ਨੂੰ ਇਹ ਕਹਿ ਕੇ ਗੁਜ਼ਾਰੋਗੇ ਕਿ ਮੇਰੇ ਨਿੱਜੀ ਮੁਕਤੀਦਾਤਾ, ਮੈਂ ਤੈਨੂੰ ਪਿਆਰ ਕਰਦਾ ਹਾਂ। ਇਸੇ ਲਈ ਸਾਨੂੰ ਪ੍ਰਭੂ ਦੀ ਸੇਵਾ ਕਰਨੀ ਚਾਹੀਦੀ ਹੈ। ਬਾਈਬਲ ਕਹਿੰਦੀ ਹੈ ਕਿ ਅਸੀਂ ਧਰਮ ਦੇ ਕਰਮਾਂ ਕਰਕੇ ਨਹੀਂ, ਜੋ ਅਸਾਂ ਕੀਤੇ ਬਚਾਏ ਗਏ ਹਾਂ। ਤੀਤਸ 3:5 ਪਰ ਅਸੀਂ ਸ਼ੁਭ ਕਰਮਾਂ ਲਈ ਰਚੇ ਗਏ ਹਾਂ, ਜੋ ਪਰਮੇਸ਼ਰ ਨੇ ਅੱਗੋਂ ਹੀ ਤਿਆਰ ਕੀਤੇ ਸਨ, ਭਾਈ ਅਸੀਂ ਉਹਨਾਂ ਵਿੱਚ ਲੱਗੇ ਰਹੀਏ। ਇਫਸੀਆਂ 2:10 ਅਤੇ ਤੁਸੀਂ ਮੈਨੂੰ ਕੋਈ ਇਹੋ ਜਿਹਾ ਵਿਅਕਤੀ ਵਿਖਾਓ ਜਿਹੜਾ ਕਹਿੰਦਾ ਜਾਂ ਕਹਿੰਦੀ ਹੋਵੇ ਕਿ ਉਹ ਇੱਕ ਮਸੀਹੀ ਜਾਂ ਵਿਸ਼ਵਾਸੀ ਹੈ ਅਤੇ ਉਹ ਕਦੇ ਵੀ ਪ੍ਰਭੂ ਦੀ ਸੇਵਾ ਨਹੀਂ ਕਰਨਾ ਚਾਹੁੰਦਾ, ਉਹ ਪ੍ਰਭੂ ਲਈ ਕਦੇ ਕੁਝ ਨਹੀਂ ਕਰਨਾ ਚਾਹੁੰਦਾ। ਜਿਹੜਾ ਇਸ ਤਰ੍ਹਾਂ ਕਹਿੰਦਾ ਹੈ, ਜਾਂ ਤਾਂ ਉਸ ਨੂੰ ਪੂਰੀ ਸੱਚਾਈ ਦਾ ਪਤਾ ਨਹੀਂ ਕਿ ਨਵਾਂ ਜਨਮ ਪਾਉਣ ਦਾ ਸੱਚਮੁੱਚ ਮਤਲਬ ਕੀ ਹੈ, ਜਾਂ ਉਸਨੇ ਨਵਾਂ ਜਨਮ ਬਿਲਕੁਲ ਹੀ ਨਹੀਂ ਪਾਇਆ। ਕਿਉਂਕਿ ਜਦੋਂ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਯਿਸੂ ਮਸੀਹ ਕੌਣ ਹੈ ਅਤੇ ਉਸ ਨੇ ਕੀ ਕੀਤਾ ਹੈ, ਅਤੇ ਉਸ ਤੋਂ ਬਿਨਾਂ ਤੁਹਾਡੀ ਉਮੀਦ ਕੀ ਸੀ, ਜੋ ਕਿ ਜ਼ੀਰੋ ਸੀ, ਤੁਸੀਂ ਉਸ ਨੂੰ ਆਪਣਾ ਜੀਵਨ ਦੇਣਾ ਚਾਹੋਗੇ ਜਿਵੇਂ ਇਹਨਾਂ ਔਰਤਾਂ ਨੇ ਕੀਤਾ। ਉਸ ਨੇ ਆਪਣੇ ਮਾਂ ਨਾਲ ਪ੍ਰਭੂ ਯਿਸੂ ਦੀ ਸੇਵਾ ਟਹਿਲ ਕੀਤੀ ਅਤੇ ਬਾਈਬਲ ਦੀਆਂ ਸਾਰੀਆਂ ਔਰਤਾਂ ਵਿੱਚੋਂ ਮੈਨੂੰ ਲੱਗਦਾ ਹੈ ਕਿ ਮਰੀਅਮ ਮਗਦਲੀਨੀ ਸਾਰੀਆਂ ਉਦਾਹਰਨਾਂ ਵਿੱਚੋਂ ਸਭ ਤੋਂ ਜ਼ਿਆਦਾ ਧੰਨਵਾਦੀ ਸੀ, ਜਿਸ ਦੀ ਅਸੀਂ ਕਲਪਨਾ ਕਰ ਸਕਦੇ ਹਾਂ। ਉਹ ਉਸ ਨੂੰ ਕਦੀ ਨਹੀਂ ਭੁੱਲੀ ਜੋ ਯਿਸੂ ਨੇ ਉਸ ਲਈ ਕੀਤਾ ਸੀ। ਮੈਨੂੰ ਯਕੀਨ ਹੈ ਕਿ ਉਸ ਵਿੱਚੋਂ ਭੂਤ ਨਿਕਲ ਜਾਣ ਤੋਂ ਬਾਅਦ ਅਤੇ ਉਸ ਦੇ ਚੰਗੀ ਹੋਣ ਤੋਂ ਬਾਅਦ ਉਸ ਦੀ ਜ਼ਿੰਦਗੀ ਵਿੱਚ ਕੋਈ ਦਿਨ ਅਜਿਹਾ ਨਹੀਂ ਸੀ ਜਦੋਂ ਉਸ ਨੇ ਨਾ ਸੋਚਿਆ ਹੋਵੇ ਅਤੇ ਪ੍ਰਭੂ ਦਾ ਧੰਨਵਾਦ ਕਰਦਿਆਂ ਇਹ ਸਵੀਕਾਰ ਨਾ ਕੀਤਾ ਹੋਵੇ ਕਿ ਸਰਬ ਸ਼ਕਤੀਮਾਨ ਪਰਮੇਸ਼ਰ ਦੀ ਮਹਾਨ ਕਿਰਪਾ ਉਸ ਤੇ ਹੋਈ ਸੀ ਅਤੇ ਉਸ ਨੂੰ ਇੱਕ ਭਿਆਨਕ ਜ਼ਿੰਦਗੀ ਤੋਂ ਆਜ਼ਾਦੀ ਮਿਲੀ ਸੀ ਅਤੇ ਯਿਸੂ ਮਸੀਹ ਵਿੱਚ ਸੰਦੀਪਕ ਜੀਵਨ ਮਿਲਿਆ ਸੀ। ਇਹ ਧਿਆਨ ਦੇਣਾ ਦਿਲਚਸਪ ਹੈ ਕਿ ਜਦੋਂ ਵੀ ਇਹਨਾਂ ਔਰਤਾਂ ਦਾ ਜ਼ਿਕਰ ਕੀਤਾ ਗਿਆ ਹੈ, ਮਰੀਅਮ ਮਗਦਲੀਨੀ ਦਾ ਹਮੇਸ਼ਾ ਪਹਿਲਾਂ ਜ਼ਿਕਰ ਕੀਤਾ ਗਿਆ ਹੈ। ਉਹ ਸਪਸ਼ਟ ਤੌਰ ਤੇ ਸਮੂਹ ਦੀ ਆਗੂ ਸੀ ਅਤੇ ਪ੍ਰਭੂ ਪਰਮੇਸ਼ਰ ਦਾ ਧੰਨਵਾਦ ਕਰਨ ਵਿੱਚ ਵੀ ਆਗੂ ਸੀ। ਨੰਬਰ 4, ਮਰੀਅਮ ਦੀ ਕੁਰਬਾਨੀ ਜਦੋਂ ਉਸ ਨੇ ਯਿਸੂ ਨੂੰ ਯਾਦ ਕੀਤਾ। ਪਰ ਉਸ ਦੀ ਜ਼ਿੰਦਗੀ ਦੀ ਅਸਲ ਕਹਾਣੀ ਇਹਨਾਂ ਵਿੱਚੋਂ ਕਿਸੇ ਵੀ ਗੱਲ ਵਿੱਚ ਨਹੀਂ ਹੈ ਜੋ ਮੈਂ ਕਹੀਆਂ ਹਨ, ਸਿਵਾਏ ਸੱਚ ਤੋਂ ਕਿ ਉਹ ਯਿਸੂ ਨੂੰ ਮਿਲੀ। ਉਸ ਦੀ ਜ਼ਿੰਦਗੀ ਦੀ ਅਸਲ ਕਹਾਣੀ ਉਸ ਦੀ ਕੁਰਬਾਨੀ ਹੈ, ਜਦੋਂ ਉਸ ਨੇ ਯਿਸੂ ਨੂੰ ਯਾਦ ਕੀਤਾ। ਅਤੇ ਜੇ ਤੁਸੀਂ ਇਸ ਧਰਤੀ ਤੇ ਸਾਡੇ ਪ੍ਰਭੂ ਦੀ ਜ਼ਿੰਦਗੀ ਦੇ ਅੰਤ ਵਿੱਚ ਜਾਓਗੇ ਅਤੇ ਤੁਸੀਂ ਉਸ ਦੀ ਸਲੀਬ, ਮੌਤ ਤੋਂ ਲੈ ਕੇ ਉਸ ਦੇ ਜੀ ਉੱਠਣ ਤੱਕ ਜਾਓਗੇ, ਉੱਥੇ ਸਾਰੀ ਕਹਾਣੀ ਇੱਕੋ ਹੀ ਸੂਤਰ ਵਿੱਚ ਹੈ। ਤੁਸੀਂ ਜਾਣਦੇ ਹੋ ਉਹ ਸੂਤਰ ਕੀ ਹੈ? ਉਹ ਸੂਤਰ ਮਰੀਅਮ ਮਗਦਲੀਨੀ ਹੈ। ਇਹ ਬਹੁਤ ਹੀ ਦਿਲਚਸਪ ਹੈ ਕਿ ਜਦੋਂ ਹਰ ਕੋਈ ਪ੍ਰਭੂ ਨੂੰ ਛੱਡ ਕੇ ਚਲਾ ਗਿਆ, ਮਰੀਅਮ ਮਗਦਲੀਨੀ ਉੱਥੇ ਸੀ। ਭਾਗ ਊੜਾ, ਉਹ ਸਲੀਬ ਦਿੱਤੇ ਜਾਣ ਸਮੇਂ ਉਸ ਦੇ ਨਾਲ ਸੀ। ਸਭ ਤੋਂ ਪਹਿਲਾਂ ਉਹ ਸਲੀਬ ਉੱਤੇ
ਜਾਣ ਸਮੇਂ ਉਸ ਦੇ ਨਾਲ ਸੀ। ਉਹ ਉਸ ਨਾਲ ਵਫਾਦਾਰ ਸੀ। ਜਦੋਂ ਉਸ ਦੇ ਬਾਕੀ ਚੇਲੇ ਉਸ ਨੂੰ ਛੱਡ ਕੇ ਚਲੇ ਗਏ। ਜਦੋਂ ਉਹ ਸਲੀਬ ਦੇ ਅਨੁਭਵ ਦੇ ਨੇੜੇ ਪੁੱਜਾ, ਤੁਸੀਂ ਵੇਖ ਸਕਦੇ ਹੋ, ਜਿਹੜੇ ਉਸ ਦੇ ਮਗਰ ਚੱਲਦੇ ਸਨ ਉਸ ਨੂੰ ਛੱਡ ਗਏ। ਜਦੋਂ ਉਹ ਸਲੀਬ ਤੇ ਪੁੱਜਾ ਤਾਂ ਥੋੜ੍ਹੇ ਜਿਹਿਆਂ ਤੋਂ ਸਿਵਾ ਕੋਈ ਨਾ ਰਿਹਾ। ਅਤੇ ਅਸੀਂ ਮੱਤੀ 27 ਦੇ 55 ਤੇ 56 ਵਿੱਚ ਇਹਨਾਂ ਸ਼ਬਦਾਂ ਨੂੰ ਪੜ੍ਹਦੇ ਹਾਂ। ਉੱਥੇ ਬਹੁਤੀਆਂ ਤੀਵੀਆਂ ਦੂਰੋਂ ਵੇਖ ਰਹੀਆਂ ਸਨ, ਜਿਹੜੀਆਂ ਯਿਸੂ ਦੇ ਨਾਲ ਗਲੀਲ ਤੋਂ ਉਹਦੀ ਟਹਿਲ ਸੇਵਾ ਕਰਦੀਆਂ ਆਈਆਂ ਸਨ। ਉਹਨਾਂ ਵਿੱਚ ਮਰੀਅਮ ਮਗਦਲੀਨੀ ਅਤੇ ਯਕੂਬ ਔਰ ਜੋਸਸ ਦੀ ਮਾਤਾ ਮਰੀਅਮ ਅਤੇ ਜਬਦੀ ਦੇ ਪੁੱਤਰਾਂ ਦੀ ਮਾਤਾ ਸੀ। ਇਹ ਮਰੀਅਮ ਸੀ ਸਾਡੇ ਅੱਜ ਦੇ ਸੰਦੇਸ਼ ਦੀ ਮਰੀਅਮ। ਯਿਸੂ ਨੂੰ ਸਲੀਬ ਚੜਾਉਂਦਿਆਂ ਦੂਰ ਖਲੋ ਕੇ ਵੇਖ ਰਹੀ ਸੀ। ਕਿਸੇ ਨੇ ਇਹ ਸ਼ਬਦ ਲਿਖੇ ਹਨ, ਜਦੋਂ ਤੋਂ ਇਸ ਦੁਨੀਆ ਵਿੱਚ ਔਰਤਾਂ ਦੇ ਦਿਲ ਬਣੇ ਹਨ, ਕੀ ਕਦੀ ਦੋ ਔਰਤਾਂ ਦੇ ਦਿਲ ਵਿੱਚ ਇਹੋ ਜਿਹੇ ਜਜ਼ਬਾਤ ਹੋਏ ਹਨ ਜੋ ਯਿਸੂ ਦੀ ਮਾਤਾ ਮਰੀਅਮ ਅਤੇ ਮਰੀਅਮ ਮਗਦਲੀਨੀ ਦੇ ਸਨ। ਜਦੋਂ ਉਹ ਇਕੱਠੀਆਂ ਉਸ ਦੀ ਸਲੀਬ ਲਾ ਕੇ ਖੜੀਆਂ ਸਨ, ਕੀ ਤੁਸੀਂ ਕਦੇ ਆਪਣੇ ਆਪ ਨੂੰ ਉਸ ਦਿਨ ਉਸ ਦੀ ਮਾਤਾ ਜਾਂ ਮਰੀਅਮ ਮਗਦਲੀਨੀ ਦੇ ਦਿਲ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਹੈ? ਉਹ ਦੋਵੇਂ ਹੀ ਖੜੀਆਂ ਰੋ ਰਹੀਆਂ ਸਨ। ਜਦੋਂ ਤੱਕ ਯਿਸੂ ਦੇ ਹੁਕਮ ਤੇ ਯਹੂਨਾ ਯਿਸੂ ਦੀ ਮਾਤਾ ਨੂੰ ਕਲਵਰੀ ਤੋਂ ਦੂਰ ਸ਼ਹਿਰ ਵਿੱਚ ਨਹੀਂ ਲੈ ਗਿਆ। ਪਰ ਮਰੀਅਮ ਮਗਦਲੀਨੀ ਸਲੀਬ ਲਾ ਕੇ ਖਲੋਤੀ ਰਹੀ। ਉਸਨੇ ਆਪਣੀ ਮਾਤਾ ਨੂੰ ਭੇਜ ਦਿੱਤਾ, ਪਰ ਮਰੀਅਮ ਮਗਦਲੀਨੀ ਨੂੰ ਕੋਲ ਰੱਖਿਆ। ਉਸਨੇ ਭੇਜਿਆ ਵੀ ਨਹੀਂ ਜਾਣਾ ਸੀ ਅਤੇ ਉਹ ਉਸ ਦੇ ਸਲੀਬ ਚੜਾਏ ਪੈਰਾਂ ਲਾਗੇ ਖਲੋਤੀ ਰਹੀ। ਉਸ ਦੇ ਸਾਰੇ ਚੇਲੇ ਉਸ ਨੂੰ ਛੱਡ ਕੇ ਦੌੜ ਗਏ ਸਨ। ਉੱਥੇ ਸਲੀਬ ਦੇ ਪੈਰਾਂ ਵਿੱਚ ਖਲੋਤੀ ਇਹ ਇਕੱਲੀ ਔਰਤ ਸੀ ਜਿਸ ਦੀ ਜ਼ਿੰਦਗੀ ਪ੍ਰਭੂ ਯਿਸੂ ਦੇ ਦੁਆਰਾ ਬਦਲੀ ਸੀ। ਉਹ ਸਲੀਬ ਦਿੱਤੇ ਜਾਣ ਸਮੇਂ ਉਸ ਦੇ ਨਾਲ ਸੀ। ਭਾਗ ਐੜਾ, ਉਹ ਉਸ ਦੇ ਦਫਨਾਏ ਜਾਣ ਸਮੇਂ ਉਸ ਦੇ ਨਾਲ ਸੀ। ਪਰ ਉਹ ਉਸ ਦੇ ਦਫਨਾਏ ਜਾਣ ਸਮੇਂ ਵੀ ਉਸ ਦੇ ਨਾਲ ਸੀ। ਇੱਕ ਚਿੱਤਰ ਵਿੱਚ ਰਬੈਂਸ ਨੇ ਨਿਕੋਦਿਮਸ ਅਤੇ ਅਮਾਰਥੀਆ ਦੇ ਯੂਸਫ ਨੇ ਜਦੋਂ ਸਲੀਬ ਤੋਂ ਯਿਸੂ ਦੀ ਲਾਸ਼ ਨੂੰ ਥੱਲੇ ਉਤਾਰਿਆ ਅਤੇ ਇਸ ਨੂੰ ਦਫਨਾਉਣ ਲਈ ਬਲੇਟਿਆ ਤੇ ਮਰੀਅਮ ਮਗਦਲੀਨੀ ਨੂੰ ਉਹਨਾਂ ਦੀ ਮਦਦ ਕਰਦੇ ਸਮੇਂ ਦਾ ਇੱਕ ਚਿੱਤਰ ਬਣਾਇਆ। ਅਸੀਂ ਨਹੀਂ ਜਾਣਦੇ ਇਹ ਸੱਚ ਹੈ ਕਿ ਨਹੀਂ, ਉਸਨੇ ਇਹ ਆਪਣੇ ਚਿੱਤਰ ਵਿੱਚ ਬਣਾਇਆ ਹੈ। ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਉਹ ਇਹਨਾਂ ਦੋਵਾਂ ਮਨੁੱਖਾਂ ਦੇ ਪਿੱਛੇ ਪਿੱਛੇ ਗਈ ਜਿਨ੍ਹਾਂ ਨੇ ਯਿਸੂ ਸਲੀਬ ਤੋਂ ਉਤਾਰਿਆ ਸੀ ਅਤੇ ਉਸ ਨੂੰ ਦਫਨਾਉਣ ਲਈ ਲੈ ਗਏ, ਅਤੇ ਉਹ ਦੋਵਾਂ ਦੇ ਪਿੱਛੇ ਪਿੱਛੇ ਇਹ ਵੇਖਣ ਲਈ ਗਈ ਕਿ ਉਹ ਉਸ ਨੂੰ ਕਿੱਥੇ ਦਫਨਾਉਣਗੇ। ਅਸੀਂ ਇਹ ਮਰਕਸ 15 ਦੇ 46 ਵਚਨ ਤੇ 47 ਵਿੱਚ ਪੜ੍ਹਦੇ ਹਾਂ। ਤਾਂ ਉਹਨੇ ਮਹੀਨ ਕੱਪੜਾ ਮੁੱਲ ਲਿਆ ਔਰ ਲੋਥ ਨੂੰ ਉਤਾਰ ਕੇ ਉਸ ਕੱਪੜੇ ਵਿੱਚ ਵਲੇਟਿਆ ਅਤੇ ਉਹਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਪੱਥਰ ਵਿੱਚ ਖੋਦੀ ਹੋਈ ਸੀ, ਅਤੇ ਉਸ ਕਬਰ ਦੇ ਮੂੰਹ ਤੇ ਇੱਕ ਪੱਥਰ ਰੇੜ ਦਿੱਤਾ। ਅਤੇ ਮਰੀਅਮ ਮਗਦਲੀਨੀ ਔਰ ਜੋਸੇਸ ਦੀ ਮਾਤਾ ਮਰੀਮ ਉਸ ਥਾਂ ਨੂੰ ਜਿੱਥੇ ਉਹ ਰੱਖਿਆ ਗਿਆ ਸੀ ਵੇਖ ਰਹੀਆਂ ਸਨ। ਕੀ ਤੁਹਾਨੂੰ ਤਸਵੀਰ ਸਮਝ ਆ ਰਹੀ ਹੈ? ਉਹ ਸਲੀਬ ਦੇ ਪੈਰਾਂ ਵਿੱਚ ਖੜੀ ਸੀ ਜਦੋਂ ਯਿਸੂ ਉੱਥੇ ਟੰਗਿਆ ਹੋਇਆ ਸੀ। ਅਤੇ ਫਿਰ ਜਦੋਂ ਉਹਨਾਂ ਉਸ ਨੂੰ ਥੱਲੇ ਉਤਾਰਿਆ, ਸ਼ਾਇਦ ਉਹ ਪਿੱਛੇ ਹਟ ਗਈ ਸੀ, ਸ਼ਾਇਦ ਉਸਨੇ ਮਦਦ ਕੀਤੀ ਹੋਵੇ। ਅਤੇ ਜਦੋਂ ਉਸ ਦੀ ਲੋਥ ਨੂੰ ਕਬਰ ਤੱਕ ਲੈ ਗਏ, ਉਹ ਇਹ ਵੇਖਦੀ ਰਹੀ ਉਹ ਉਸ ਨੂੰ ਕਿਸ ਕਬਰ ਵਿੱਚ ਦਫਨਾਉਂਦੇ ਹਨ। ਜਿੱਥੇ ਯਿਸੂ ਦੀ ਲੋਥ ਨੂੰ ਰੱਖਿਆ ਗਿਆ ਸੀ ਉਸ ਥਾਂ ਨੂੰ ਬੜੇ ਧਿਆਨ ਨਾਲ ਵੇਖਣ ਅਤੇ ਉਸ ਕਬਰ ਦੇ ਮੂੰਹ ਤੇ ਇੱਕ ਪੱਥਰ ਰੇੜਦਿਆਂ ਵੇਖਣ ਤੋਂ ਬਾਅਦ ਦੋਵੇਂ ਮਰੀਅਮ, ਜੋਸੇਸ ਦੀ ਮਾਤਾ ਮਰੀਅਮ ਅਤੇ ਮਰੀਅਮ ਮਗਦਲੀਨੀ ਆਪਣੇ ਆਪਣੇ ਘਰਾਂ ਨੂੰ ਚਲੀਆਂ ਗਈਆਂ। ਬਹੁਤ ਸਾਰੇ ਲੇਖਕਾਂ ਨੇ ਉਸ ਸ਼ਨੀਵਾਰ ਵਾਲੇ ਦਿਨ ਉਸ ਦੁੱਖ ਦੀ ਜੋ ਉਹਨਾਂ ਦੇ ਦਿਲਾਂ ਵਿੱਚ ਸੀ ਅਤੇ ਉਸ ਦੇ ਪਿੱਛੇ ਚੱਲਣ ਵਾਲਿਆਂ ਦੇ ਦਿਲਾਂ ਵਿੱਚ ਦੀ ਕਲਪਨਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਸਾਰਿਆਂ ਵਿੱਚੋਂ ਜਿਹੜੇ ਆਪਣੇ ਆਪ ਨੂੰ ਉਸ ਦੇ ਚੇਲੇ ਕਹਿੰਦੇ ਸਨ, ਮੈਂ ਵਿਸ਼ਵਾਸ ਕਰਦਾ ਹਾਂ ਕਿ ਮਰੀਅਮ ਮਗਦਲੀਨੀ ਨੂੰ ਉਹਨਾਂ 24 ਘੰਟਿਆਂ ਦੌਰਾਨ ਸਭ ਤੋਂ ਜ਼ਿਆਦਾ ਦੁੱਖ ਹੋਇਆ ਹੋਵੇਗਾ। ਉਸਨੇ ਯਿਸੂ ਦਾ ਮਜ਼ਾਕ ਉਡਾਉਂਦੇ ਵੇਖਿਆ ਸੀ ਜਿਸ ਨੂੰ ਉਹ ਪੇਸ਼ੀ ਕਹਿੰਦੇ ਸਨ। ਉਸਨੇ ਯਿਸੂ ਨੂੰ ਮਾਰ ਪੈਂਦੀ ਅਤੇ ਉਸ ਦੇ ਸਿਰ ਤੇ ਕੰਡਿਆਂ ਦਾ ਤਾਜ ਪਾਉਂਦੇ ਵੇਖਿਆ ਸੀ। ਉਹ ਯਿਸੂ ਨੂੰ ਸਲੀਬ ਦੇ ਭਾਰ ਹੇਠਾਂ ਡਿੱਗਦਿਆਂ ਵੇਖਣ ਦੀ ਗਵਾਹ ਸੀ ਜਦੋਂ ਯਿਸੂ ਇਸ ਨੂੰ ਗਲਗਥਾ ਵੱਲ ਚੁੱਕ ਕੇ ਲਿਜਾ ਰਿਹਾ ਸੀ। ਉਸਨੇ ਰੋਮੀ ਸਿਪਾਹੀਆਂ ਦੀ ਨਿਰਦਈ ਵਰਤਾਓ ਨੂੰ ਵੇਖਿਆ ਸੀ। ਉਸਨੇ ਯਿਸੂ ਦੇ ਹੱਥਾਂ ਤੇ ਪੈਰਾਂ ਵਿੱਚ ਕਿੱਲ ਠੋਕਣ ਦੀ ਆਵਾਜ਼ ਸੁਣੀ ਸੀ ਅਤੇ ਫਿਰ ਹਨੇਰੇ ਦੀਆਂ ਘੜੀਆਂ ਉਸ ਦੀ ਆਤਮਾ ਵਿੱਚ ਉਸ ਦੇ ਮਿਜਾਜ ਨੂੰ ਹੋਰ ਦੁਖੀ ਕਰ ਦਿੱਤਾ ਜਦੋਂ ਉਸਨੇ ਯਿਸੂ ਦੀ ਮਾਤਾ ਨਾਲ ਯਿਸੂ ਦੇ ਸਲੀਬ ਦਿੱਤੇ ਜਾਣ ਦੀ ਭਿਆਨਕ ਘੜੀ ਦੇ ਖਤਮ ਹੋਣ ਦਾ ਇੰਤਜ਼ਾਰ ਕੀਤਾ।
ਉਸਨੇ ਸਿਪਾਹੀਆਂ ਨੂੰ ਉਸਦੇ ਕੱਪੜਿਆਂ ਤੇ ਗੁਣਾ ਪਾਉਂਦੇ ਵੇਖਿਆ। ਸਮੇਂ-ਸਮੇਂ ਤੇ ਉਸਨੇ ਯਿਸੂ ਨੂੰ ਹਨੇਰੇ ਵਿੱਚ ਕੁਝ ਕਹਿੰਦੇ ਸੁਣਿਆ। ਜਦੋਂ ਉਹ ਪੁਕਾਰਿਆ, ਉਸਨੇ ਉਸ ਡਾਕੂ ਨੂੰ ਜੋ ਉਸਦੇ ਨਾਲ ਟੰਗਿਆ ਸੀ ਮਾਫੀ ਅਤੇ ਵਾਅਦੇ ਦੇ ਸ਼ਬਦ ਬੋਲੇ। ਉਸਨੇ ਆਪਣੇ ਸਵਰਗੀ ਪਿਤਾ ਨੂੰ ਪੁਕਾਰਿਆ ਅਤੇ ਕੋਈ ਜਵਾਬ ਆਉਂਦਾ ਨਹੀਂ ਜਾਪਿਆ, ਜਦ ਤੱਕ ਕਿ ਇਹ ਆਖਰੀ ਵਿੱਚ ਉਹਨਾਂ ਸਾਰਿਆਂ ਨੇ ਇਹ ਸ਼ਬਦ ਸੁਣੇ, ਇਹ ਪੂਰਾ ਹੋਇਆ। ਅਤੇ ਉਹ ਜਾਣਦੀ ਸੀ ਕਿ ਇਹ ਖਤਮ ਹੋ ਗਿਆ ਹੈ ਅਤੇ ਉਸ ਦਾ ਮੁਕਤੀਦਾਤਾ ਮਰ ਗਿਆ ਹੈ। ਉਸ ਦੀ ਲੋਹ ਦੇ ਪਿੱਛੇ-ਪਿੱਛੇ ਕਬਰ ਤੱਕ ਜਾਣ ਤੋਂ ਬਾਅਦ ਉਹ ਜਾਣਦੀ ਸੀ ਕਿ ਹੁਣ ਉਹ ਘਰ ਜਾ ਕੇ ਸਬਤ ਦਾ ਇੰਤਜ਼ਾਰ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੀ, ਤਾਂ ਕਿ ਸਬਤ ਬੀਤੇ ਅਤੇ ਉਹ ਕਬਰ ਤੇ ਵਾਪਸ ਆ ਕੇ ਆਖਰੀ ਵਾਰ ਉਸ ਨੂੰ ਧੰਨਵਾਦ ਦਿੰਦੀ ਅਤੇ ਸੁਗੰਧਾ ਚੜਾਉਂਦੀ, ਜੋ ਕਿ ਉਸ ਦਾ ਉਚਿਤ ਦਫਨਾਉਣਾ ਹੁੰਦਾ। ਭਾਗ ਈੜੀ, ਉਹ ਜੀ ਉੱਠਣ ਵਿੱਚ ਉਸ ਦੇ ਨਾਲ ਸੀ। ਨੰਬਰ 1, ਕਬਰ ਤੇ ਉਹ ਸਭ ਤੋਂ ਪਹਿਲਾਂ ਪਹੁੰਚੀ ਅਤੇ ਇਹ ਸਾਨੂੰ ਉਸ ਤੀਜੇ ਸੱਚ ਵੱਲ ਲੈ ਜਾਂਦਾ ਹੈ ਕਿ ਉਹ ਜੀ ਉੱਠਣ ਵਿੱਚ ਉਸ ਦੇ ਨਾਲ ਸੀ। ਅਤੇ ਫਿਰ ਸਾਨੂੰ ਮਰਕਸ ਦੀ ਅੰਜੀਲ ਵਿੱਚ ਦੱਸਿਆ ਗਿਆ ਹੈ ਕਿ ਹਫ਼ਤੇ ਦੇ ਪਹਿਲੇ ਦਿਨ ਬਹੁਤ ਤੜਕੇ ਮਰੀਅਮ ਮਗਦਲੀਨੀ ਆਪਣੇ ਮੁਕਤੀਦਾਤਾ ਨੂੰ ਮਿਲਣ ਲਈ ਆਈ। ਮਰਕਸ 16 ਦੇ 1 ਵਚਨ ਤੇ 2 ਵਚਨ। ਜਾਂ ਸਬਤ ਦਾ ਦਿਨ ਬੀਤ ਗਿਆ ਤੇ ਮਰੀਅਮ ਮਗਦਲੀਨੀ ਔਰ ਯਕੂਬ ਦੀ ਮਾਤਾ ਮਰੀਅਮ ਔਰ ਸਲੋਮੀ ਨੂੰ ਸੁਗੰਧਾਂ ਮੁੱਲ ਲਈਆਂ ਭਾਈ ਜਾ ਕੇ ਉਸ ਉੱਤੇ ਮਲਣ। ਅਤੇ ਹਫ਼ਤੇ ਦੇ ਪਹਿਲੇ ਦਿਨ ਬਹੁਤ ਤੜਕੇ ਸੂਰਜ ਚੜ੍ਹਦੇ ਹੀ ਉਹ ਕਬਰ ਉੱਤੇ ਆਈਆਂ। ਸੋ ਉਹ ਜੀ ਉੱਠਣ ਵਾਲੇ ਐਤਵਾਰ ਨੂੰ ਸਭ ਤੋਂ ਪਹਿਲਾਂ ਕਬਰ ਤੇ ਆਈ ਸੀ। ਨੰਬਰ 2, ਉਸਨੇ ਸਭ ਤੋਂ ਪਹਿਲਾਂ ਖਾਲੀ ਕਬਰ ਵੇਖੀ। ਅਤੇ ਫਿਰ ਉਸਨੇ ਸਭ ਤੋਂ ਪਹਿਲਾਂ ਖਾਲੀ ਕਬਰ ਵੇਖੀ ਕਿਉਂਕਿ ਯੂਹੰਨਾ 20 ਅਧਿਆਏ 1 ਵਚਨ ਵਿੱਚ ਅਸੀਂ ਪੜ੍ਹਦੇ ਹਾਂ, ਹਫ਼ਤੇ ਦੇ ਪਹਿਲੇ ਦਿਨ ਮਰੀਅਮ ਮਗਦਲੀਨੀ ਤੜਕੇ ਜਦੋਂ ਹਨੇਰਾ ਹੀ ਸੀ ਕਬਰ ਉੱਤੇ ਆਈ ਔਰ ਪੱਥਰ ਨੂੰ ਕਬਰ ਉੱਤੋਂ ਸਰਕਿਆ ਹੋਇਆ ਵੇਖਿਆ। ਉਸਨੇ ਸਭ ਤੋਂ ਪਹਿਲਾਂ ਖਾਲੀ ਕਬਰ ਵੇਖੀ। ਮਰਕਸ 16 ਦੇ 5 ਤੇ 6 ਵਚਨ। ਅਤੇ ਕਬਰ ਵਿੱਚ ਜਾ ਕੇ ਉਹਨਾਂ ਇੱਕ ਜਵਾਨ ਨੂੰ ਚਿੱਟੇ ਵਸਤਰ ਪਹਿਨੀ ਸੱਜੇ ਪਾਸੇ ਖੱਬੇ ਪਾਸੇ ਬੈਠੇ ਵੇਖਿਆ ਅਤੇ ਉਹ ਹੈਰਾਨ ਹੋਈਆਂ। ਉਸਨੇ ਉਹਨਾਂ ਨੂੰ ਆਖਿਆ, ਹੈਰਾਨ ਨਾ ਹੋਵੋ, ਤੁਸੀਂ ਯਿਸੂ ਨਾਸਰੀ ਨੂੰ ਭਾਲਦੀਆਂ ਹੋ, ਜਿਹੜਾ ਸਲੀਬ ਉੱਤੇ ਚੜਾਇਆ ਗਿਆ ਸੀ। ਉਹ ਤਾਂ ਜੀ ਉੱਠਿਆ ਹੈ, ਉਹ ਇੱਥੇ ਹੈ ਨਹੀਂ। ਲਓ, ਇਹ ਥਾਂ ਜਿੱਥੇ ਉਹਨਾਂ ਨੂੰ ਉਸਨੇ ਰੱਖਿਆ ਸੀ। ਮਰੀਅਮ ਮਗਦਲੀਨੀ ਦੀਆਂ ਅੱਖਾਂ ਨੇ ਉਸ ਨੂੰ ਸਭ ਤੋਂ ਪਹਿਲਾਂ ਵੇਖਿਆ ਸੀ। ਨੰਬਰ 3, ਸਭ ਤੋਂ ਪਹਿਲਾਂ ਉਸਨੇ ਖਾਲੀ ਕਬਰ ਦਾ ਐਲਾਨ ਕੀਤਾ। ਅਤੇ ਫਿਰ ਸਭ ਤੋਂ ਪਹਿਲਾਂ ਉਸਨੇ ਖਾਲੀ ਕਬਰ ਦਾ ਐਲਾਨ ਕੀਤਾ ਕਿਉਂਕਿ ਯੂਹੰਨਾ ਦੀ ਅੰਜੀਲ ਉਸ ਦਾ 20 ਅਧਿਆਏ 2 ਐਤ ਵਿੱਚ ਸਾਨੂੰ ਫਿਰ ਦੱਸਿਆ ਗਿਆ ਹੈ। ਤਾਂ ਉਹ ਸ਼ਮੌਨ ਪਤਰਸ ਅਤੇ ਉਸ ਦੂਜੇ ਚੇਲੇ ਦੇ ਕੋਲ ਜਿਹਨੂੰ ਯਿਸੂ ਤੈਅ ਕਰਦਾ ਸੀ ਭੱਜੀ ਆਈ ਅਤੇ ਉਹਨਾਂ ਨੂੰ ਆਖਿਆ, ਪ੍ਰਭੂ ਨੂੰ ਕਬਰ ਵਿੱਚੋਂ ਕੱਢ ਕੇ ਲੈ ਗਏ ਅਤੇ ਸਾਨੂੰ ਪਤਾ ਨਹੀਂ ਉਹਨੂੰ ਕਿੱਥੇ ਰੱਖਿਆ ਹੈ। ਨੰਬਰ 4, ਜੀ ਉੱਠੇ ਪ੍ਰਭੂ ਨੂੰ ਸਭ ਤੋਂ ਪਹਿਲਾਂ ਉਸਨੇ ਵੇਖਿਆ। ਕੀ ਤੁਸੀਂ ਮਰੀਅਮ ਮਗਦਲੀਨੀ ਬਾਰੇ ਇਹ ਸਭ ਜਾਣਦੇ ਸੀ ਕਿ ਇਹ ਕੁਝ ਨਹੀਂ ਹੈ, ਇਹ ਔਰਤ ਜਿਸ ਦੇ ਨਾਂ ਦਾ ਜ਼ਿਕਰ ਜਾਂਦੇ ਜਾਂਦੇ ਕੀਤਾ ਗਿਆ ਹੈ ਅਤੇ ਫਿਰ ਵੀ ਇਹ ਇਤਿਹਾਸ ਅੰਜੀਲਾਂ ਵਿੱਚੋਂ ਸਾਡੇ ਲਈ ਇੰਨਾ ਅਦਭੁਤ ਢੰਗ ਨਾਲ ਸੰਭਾਲ ਕੇ ਰੱਖਿਆ ਗਿਆ ਹੈ। ਅਸੀਂ ਇਹ ਸ਼ਬਦ ਯੂਹੰਨਾ 20 ਅਧਿਆਏ 11 ਵਚਨ ਤੋਂ ਲੈ ਕੇ 16 ਵਚਨ ਵਿੱਚ ਪੜ੍ਹਦੇ ਹਾਂ। ਪਰ ਮਰੀਅਮ ਬਾਹਰ ਕਬਰ ਉੱਤੇ ਰੋਂਦੀ ਖੜੀ ਰਹੀ। ਸੋ ਰੋਂਦੀ ਰੋਂਦੀ ਉਸਨੇ ਨਿਉਂ ਕੇ ਜਾਂ ਕਬਰ ਵਿੱਚ ਝਾਤੀ ਮਾਰੀ ਤਾਂ ਕੀ ਵੇਖਦੀ ਹੈ, ਜੋ 2 ਦੂਤ ਚਿੱਟੇ ਪਹਿਰਾਵੇ ਪਹਿਨੇ ਹੋਏ, ਇੱਕ ਸਿਰਹਾਣੇ ਅਤੇ ਦੂਜਾ ਪੌਂਦੀ, ਜਿੱਥੇ ਯਿਸੂ ਦੀ ਲੋਥ ਪਈ ਸੀ, ਬੈਠੇ ਹਨ। ਅਤੇ ਉਹਨਾਂ ਉਸ ਨੂੰ ਆਖਿਆ, ਹੇ ਬੀਬੀ, ਤੂੰ ਕਿਉਂ ਰੋਂਦੀ ਹੈ? ਉਸਨੇ ਉਹਨਾਂ ਨੂੰ ਆਖਿਆ, ਇਸ ਲਈ ਜੋ ਮੇਰੇ ਪ੍ਰਭੂ ਨੂੰ ਲੈ ਗਏ ਅਤੇ ਮੈਨੂੰ ਪਤਾ ਨਹੀਂ ਜੋ ਉਹਨੂੰ ਕਿੱਥੇ ਰੱਖਿਆ ਹੈ। ਇਹ ਕਹਿ ਕੇ ਉਹ ਪਿੱਛੇ ਮੁੜੀ ਅਤੇ ਯਿਸੂ ਨੂੰ ਖਲੋਤੇ ਵੇਖਿਆ ਔਰ ਨਾ ਸਿਆਤਾ, ਭਾਈ ਇਹ ਯਿਸੂ ਹੈ। ਯਿਸੂ ਨੇ ਉਸ ਨੂੰ ਕਿਹਾ, ਹੇ ਬੀਬੀ, ਤੂੰ ਕਿਉਂ ਰੋਂਦੀ ਹੈ? ਕਿਹਨੂੰ ਭਾਲਦੀ ਹੈ? ਉਸਨੇ ਇਹ ਜਾਣ ਕੇ ਜੋ ਇਹ ਬਾਗਬਾਨ ਹੈ ਉਹਨੂੰ ਆਖਿਆ, ਮਹਾਰਾਜ, ਜੇ ਉਹਨੂੰ ਤੂੰ ਲੈ ਕੇ ਆਇਆ ਹੈ ਤਾਂ ਮੈਨੂੰ ਦੱਸ, ਭਾਈ, ਤੂੰ ਉਹਨੂੰ ਕਿੱਥੇ ਰੱਖਿਆ ਹੈ ਅਤੇ ਉਹਨੂੰ ਲੈ ਜਾਵਾਂਗੀ। ਯਿਸੂ ਨੇ ਉਹਨੂੰ ਕਿਹਾ, ਹੇ ਮਰੀਅਮ। ਉਸਨੇ ਫਿਰ ਕੇ ਉਹਨੂੰ ਇਬਰਾਨੀ ਭਾਖਿਆ ਵਿੱਚ ਕਿਹਾ, ਹੇ ਰਬਾਨੀ, ਅਰਥਾਤ ਹੇ ਗੁਰੂ। ਮੇਰੀ ਵੀ ਇੱਛਾ ਹੈ ਕਿ ਕਾਸ਼ ਮੈਂ ਵੀ ਉਹ ਪਲ ਵੇਖਿਆ ਹੁੰਦਾ। ਕਹਾਣੀ ਪੜ੍ਹਨ ਨਾਲ ਹੀ ਮੈਨੂੰ ਐਵੇਂ ਮਹਿਸੂਸ ਹੋ ਰਿਹਾ ਹੈ ਜਿਵੇਂ ਕਿ ਮੈਂ ਉੱਥੇ ਹੀ ਸਾਂ। ਇਹ ਔਰਤ ਜਿਹੜੀ ਪ੍ਰਭੂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਅਤੇ ਸਲੀਬ ਤੋਂ ਲੈ ਕੇ ਕਬਰ ਤੱਕ ਉਸਦੇ ਪਿੱਛੇ ਪਿੱਛੇ ਗਈ ਸੀ, ਹੁਣ ਵਾਪਸ ਕਬਰ ਤੇ ਉਸਦੇ ਸਰੀਰ ਤੇ ਸੁਗੰਧਾਂ ਮਲਣ ਲਈ ਆਈ ਸੀ। ਇਹ ਸੋਚਦੀ ਹੋਈ ਕਿ ਸਭ ਕੁਝ ਖਤਮ ਹੋ ਗਿਆ ਸੀ। ਬਾਗ ਵਿੱਚ ਉਸਦੇ ਆਮਣੇ ਸਾਹਮਣੇ ਖੜੀ ਸੀ, ਜਿਸ ਨੂੰ ਉਹ ਬਹੁਤ ਜ਼ਿਆਦਾ ਪਿਆਰ ਕਰਦੀ ਸੀ, ਜਿਸ ਨੇ ਉਸਦੀ ਜ਼ਿੰਦਗੀ ਨੂੰ ਬਦਲ ਦਿੱਤਾ ਸੀ। ਅਤੇ ਕਿਉਂਕਿ ਉਹ ਜੀ ਉੱਠੇ ਸਰੀਰ ਵਿੱਚ ਸੀ ਅਤੇ ਉਸਨੇ ਯਿਸੂ ਨੂੰ ਫਿਰ ਵੇਖਣ ਦੀ ਉਮੀਦ ਨਹੀਂ ਕੀਤੀ ਸੀ। ਉਸਨੇ ਸੋਚਿਆ ਕਿ ਉਹ ਬਾਗਬਾਨ ਹੈ, ਪਰ ਜਿਉਂ ਹੀ ਉਸਨੇ ਉਹਦਾ ਨਾਮ ਬੁਲਾਇਆ
ਉਸਨੇ ਇਹ ਆਵਾਜ਼ ਪਹਿਚਾਣ ਲਈ। ਉਹ ਜਾਣਦੀ ਸੀ ਇਹ ਪ੍ਰਭੂ ਹੈ। ਉਸਨੇ ਉਸ ਨੂੰ ਰੋਬਾਨੀ ਕਿਹਾ, ਅਰਥਾਤ ਗੁਰੂ ਜਾਂ ਸੁਆਮੀ। ਨੰਬਰ 5, ਜੀ ਉੱਠਣ ਦਾ ਪ੍ਰਚਾਰ ਸਭ ਤੋਂ ਪਹਿਲਾਂ ਉਸਨੇ ਕੀਤਾ। ਮਰੀਅਮ ਮਗਦਲੀਨੀ ਬਾਰੇ ਇੱਕ ਆਖਰੀ ਗੱਲ ਜੋ ਸ਼ਾਇਦ ਤੁਸੀਂ ਨਾ ਜਾਣਦੇ ਹੋਵੋ, ਇਹ ਉਸਦੇ ਪ੍ਰਭੂ ਯਿਸੂ ਰਹਿਣ ਦੇ ਨਤੀਜੇ ਤੋਂ ਆਉਂਦੀ ਹੈ। ਕਬਰ ਤੇ ਉਹ ਸਭ ਤੋਂ ਪਹਿਲਾਂ ਪਹੁੰਚੀ। ਖਾਲੀ ਕਬਰ ਸਭ ਤੋਂ ਪਹਿਲਾਂ ਉਸਨੇ ਵੇਖੀ। ਖਾਲੀ ਕਬਰ ਦਾ ਐਲਾਨ ਸਭ ਤੋਂ ਪਹਿਲਾਂ ਉਸਨੇ ਕੀਤਾ। ਜੀ ਉੱਠੇ ਪ੍ਰਭੂ ਨੂੰ ਸਭ ਤੋਂ ਪਹਿਲਾਂ ਉਸਨੇ ਵੇਖਿਆ ਸੀ ਅਤੇ ਜੀ ਉੱਠਣ ਦਾ ਪ੍ਰਚਾਰ ਸਭ ਤੋਂ ਪਹਿਲਾਂ ਉਸਨੇ ਕੀਤਾ। ਪਵਿੱਤਰ ਵਚਨ ਸਾਨੂੰ ਇਹ ਕਹਿੰਦਾ ਹੈ, ਯਿਸੂ ਦੇ ਜੀ ਉੱਠਣ ਦਾ ਪ੍ਰਚਾਰ ਸਭ ਤੋਂ ਪਹਿਲਾਂ ਉਸਨੇ ਕੀਤਾ। ਪਵਿੱਤਰ ਵਚਨ ਉਸ ਬਾਰੇ ਯਹੂਨਾ 20 ਅਧਿਆਇ 17 ਤੇ 18 ਵਚਨ ਵਿੱਚ ਇਸ ਤਰ੍ਹਾਂ ਕਹਿੰਦਾ ਹੈ, ਯਿਸੂ ਨੇ ਉਸ ਨੂੰ ਆਖਿਆ, ਮੈਨੂੰ ਨਾ ਛੂ, ਕਿਉਂ ਜੋ ਮੈਂ ਅਜੇ ਪਿਤਾ ਦੇ ਕੋਲ ਉੱਪਰ ਨਹੀਂ ਗਿਆ, ਪਰ ਮੇਰੇ ਭਰਾਵਾਂ ਕੋਲ ਜਾ ਤੇ ਉਹਨਾਂ ਨੂੰ ਆਖ ਪਾਈ, ਮੈਂ ਉੱਪਰ ਆਪਣੇ ਪਿਤਾ ਕੋਲ ਅਤੇ ਆਪਣੇ ਪਰਮੇਸ਼ਰ ਅਤੇ ਤੁਹਾਡੇ ਪਰਮੇਸ਼ਰ ਕੋਲ ਜਾਂਦਾ ਹਾਂ। ਮਰੀਅਮ ਮਗਦਲੀਨੀ ਆਈ ਅਤੇ ਚੇਲਿਆਂ ਨੂੰ ਕਿਹਾ, ਮੈਂ ਪ੍ਰਭੂ ਨੂੰ ਵੇਖਿਆ ਹੈ ਅਤੇ ਉਹਨੇ ਮੈਨੂੰ ਇਹ ਵਚਨ ਕਹੇ ਹਨ। ਉਹ ਜੀ ਉੱਠੇ ਪ੍ਰਭੂ ਨੂੰ ਵੇਖ ਕੇ ਉਸ ਦੀ ਪਹਿਲੀ ਗਵਾਹੀ ਬਣੀ ਕਿ ਇਹ ਕੁਝ ਹੈ ਕਿ ਨਹੀਂ। ਲੂਕਾ 8 ਵਿੱਚ ਉਸ ਛੋਟੀ ਜਿਹੀ ਐਤ ਤੋਂ ਲੈ ਕੇ ਇਸ ਔਰਤ ਦੇ ਪੂਰੇ ਇਤਿਹਾਸ ਨੂੰ ਲੱਭਦੇ ਆਉਣਾ, ਔਰਤ ਜਿਸ ਨੂੰ ਪ੍ਰਭੂ ਨੇ ਬਦਲਿਆ ਉਸ ਨੂੰ ਕਦੀ ਨਹੀਂ ਭੁੱਲੀ। ਮੇਰੇ ਦੋਸਤੋ, ਜੇ ਤੁਸੀਂ ਉਸ ਨੂੰ ਸਮਝਦੇ ਹੋ ਜੋ ਯਿਸੂ ਨੇ ਤੁਹਾਡੇ ਲਈ ਕੀਤਾ ਹੈ ਜਾਂ ਜੋ ਉਹ ਤੁਹਾਡੇ ਲਈ ਕਰ ਸਕਦਾ ਹੈ, ਤਾਂ ਤੁਸੀਂ ਉਸ ਨੂੰ ਕਦੀ ਨਹੀਂ ਭੁੱਲੋਗੇ। ਉਹ ਤੁਹਾਡੀ ਜ਼ਿੰਦਗੀ ਦਾ ਪਿਆਰ ਬਣ ਜਾਵੇਗਾ। ਤੁਸੀਂ ਉਸ ਦੀ ਉਸਤਤ ਦੇ ਗੀਤ ਗਾਉਣਾ ਅਤੇ ਉਸ ਦੀ ਆਰਾਧਨਾ ਕਰਨੀ ਚਾਹੋਗੇ। ਤੁਸੀਂ ਉਸ ਦੀ ਸੇਵਾ ਕਰਨਾ, ਉਸ ਦੇ ਪਿੱਛੇ ਪਿੱਛੇ ਚੱਲਣਾ ਅਤੇ ਉਸ ਦਾ ਚੇਲਾ ਬਣਨਾ ਚਾਹੋਗੇ, ਕਿਉਂਕਿ ਤੁਹਾਡੀ ਜ਼ਿੰਦਗੀ ਤੇ ਪ੍ਰਭੂ ਯਿਸੂ ਮਸੀਹ ਦੇ ਛੋਹ ਦਾ ਸਪਰਸ਼ ਵਰਗੀ ਹੋਰ ਕੋਈ ਚੀਜ਼ ਨਹੀਂ ਹੈ। ਹਾਲਾਂਕਿ ਅਸੀਂ ਭੂਤਾਂ ਦੇ ਜਕੜੇ ਨਹੀਂ ਹੋ ਸਕਦੇ। ਸਾਡੇ ਸਾਰਿਆਂ ਦੀਆਂ ਜ਼ਿੰਦਗੀਆਂ ਵਿੱਚ ਕੋਈ ਚੁਣੌਤੀਆਂ ਹਨ ਕਿ ਨਹੀਂ। ਸਾਡੀ ਜ਼ਿੰਦਗੀ ਵਿੱਚ ਸਮੱਸਿਆ ਹਨ ਅਤੇ ਕਈ ਵਾਰ ਜੇ ਅਸੀਂ ਚਾਹੀਏ ਤਾਂ ਉਹਨਾਂ ਸਮੱਸਿਆ ਨੂੰ ਵੀ ਭੂਤ ਬਣਾ ਸਕਦੇ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣ ਲਵੋ ਕਿ ਜਿਸ ਪ੍ਰਭੂ ਨੇ ਮਰੀਅਮ ਮਗਦਲੀ ਨੂੰ ਛੂਹਿਆ, ਉਹ ਪ੍ਰਭੂ ਤੁਹਾਨੂੰ ਵੀ ਛੂਹਣਾ ਚਾਹੁੰਦਾ ਹੈ ਅਤੇ ਤੁਹਾਨੂੰ ਅੰਦਰੋਂ ਬਦਲ ਕੇ ਉਹ ਵਿਅਕਤੀ ਬਣਾਉਣਾ ਚਾਹੁੰਦਾ ਹੈ ਜੋ ਤੁਸੀਂ ਸੱਚਮੁੱਚ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚ ਹਮੇਸ਼ਾ ਬਣਨਾ ਚਾਹੁੰਦੇ ਸੀ। ਅਤੇ ਉਹ ਤੁਹਾਨੂੰ ਸਿਰਫ ਪਰਮੇਸ਼ਰ ਹੀ ਬਣਾ ਸਕਦਾ ਹੈ। ਉਹ ਤੁਹਾਡੇ ਪਾਪ ਨੂੰ ਦੂਰ ਕਰ ਸਕਦਾ ਹੈ। ਉਹ ਤੁਹਾਡੀ ਹਰ ਬੁਰੀ ਗੱਲ ਤੋਂ ਤੁਹਾਨੂੰ ਆਜ਼ਾਦ ਕਰ ਸਕਦਾ ਹੈ। ਤੁਸੀਂ ਕਦੀ ਸੋਚਿਆ ਵੀ ਨਹੀਂ, ਉਹ ਤੁਹਾਨੂੰ ਮਾਫ ਕਰ ਸਕਦਾ ਹੈ। ਉਹ ਤੁਹਾਨੂੰ ਇੱਕ ਨਵੀਂ ਜ਼ਿੰਦਗੀ ਦੇ ਸਕਦਾ ਹੈ ਅਤੇ ਇਹ ਤੁਹਾਨੂੰ ਹੋਰ ਕਿਤੇ ਨਹੀਂ ਲੱਭ ਸਕਦੀ। ਅਲੈਗਜ਼ੈਂਡਰ ਮੈਕਲਰਨ, ਜਿਹੜਾ ਇੱਕ ਪੀੜ੍ਹੀ ਵਿੱਚ ਮਹਾਨ ਪ੍ਰਚਾਰਕ ਰਿਹਾ ਹੈ, ਮਰੀਅਮ ਮਗਦਲੀਨੀ ਦੀ ਕਹਾਣੀ ਨਾਲ ਬਾਅਦ ਵਿੱਚ ਇਹ ਲਿਖਤ ਜੋੜੀ, ਇਹ ਇੱਕ ਅੱਛੀ ਸਮਾਪਤੀ ਜਾਂ ਨਿਚੋੜ ਹੈ। ਉਸ ਨੇ ਕਿਹਾ, ਮਰੀਅਮ ਮਗਦਲੀਨੀ ਦੇ ਸਾਰੇ ਸ਼ਾਨਦਾਰ ਇਤਿਹਾਸ ਵਿੱਚ ਮੈਨੂੰ ਸਭ ਤੋਂ ਸਰਵੋਤਮ ਸਬਕ ਇਸ ਸੰਦੇਸ਼ ਦਾ ਮੂਲ ਪਾਠ ਲੱਗਾ ਹੈ। ਯਿਸੂ ਸਭ ਤੋਂ ਪਹਿਲਾਂ ਮਰੀਅਮ ਮਗਦਲੀਨੀ ਤੇ ਪ੍ਰਗਟ ਹੋਇਆ, ਜਿਸ ਵਿੱਚੋਂ ਉਸਨੇ 7 ਭੂਤ ਕੱਢੇ ਸਨ। ਜਿੰਨਾ ਵੀ ਕਿਹਾ ਜਾਏ, ਇਹ ਪਤਰਸ ਨਹੀਂ ਸੀ, ਇਹ ਨਾ ਹੀ ਯਕੂਬ ਜਿਸ ਨੂੰ ਉਸਨੇ ਕਿਰਪਾ ਵਿਖਾਈ ਅਤੇ ਇਹ ਅਨੋਖਾ ਸਤਿਕਾਰ ਦਿੱਤਾ, ਨਾ ਹੀ ਇਹ ਉਸਦੀ ਮਾਤਾ ਸੀ, ਇਹ ਮਰੀਅਮ ਮਗਦਲੀਨੀ ਸੀ। ਇਹ ਉਹ ਸੀ ਜਿਸ ਨੂੰ ਉਸਨੇ ਸਭ ਤੋਂ ਉੱਤਮ ਪਿਆਰ ਕੀਤਾ ਸੀ ਅਤੇ ਮਰੀਅਮ ਮਗਦਲੀਨੀ ਕੋਲ ਵੀ ਪੂਰੀ ਦੁਨੀਆ ਦੇ ਸਾਰੇ ਮਰਦਾਂ ਅਤੇ ਔਰਤਾਂ ਤੋਂ ਵੱਧ ਯਿਸੂ ਨੂੰ ਉੱਤਮ ਪਿਆਰ ਕਰਨ ਦਾ ਇੱਕ ਕਾਰਨ ਸੀ। ਜਦੋਂ ਇਸ ਦੁਨੀਆ ਦਾ ਅੰਤ ਹੋਵੇਗਾ ਅਤੇ ਜਦੋਂ ਤੱਕ ਇਸ ਦੁਨੀਆ ਵਿੱਚ ਪਾਪੀ ਲੋਕ ਹਨ, ਮਰੀਅਮ ਮਗਦਲੀਨੀ ਦਾ ਉਹਨਾਂ ਵਿੱਚ ਪ੍ਰਚਾਰ ਕੀਤਾ ਜਾਵੇਗਾ ਅਤੇ ਉਸ ਦੀ ਜ਼ਿੰਦਗੀ ਵਿੱਚੋਂ ਹਮੇਸ਼ਾ ਇੱਕ ਸਬਕ ਸਿਖਾਇਆ ਜਾਵੇਗਾ। ਪਾਪ ਭਾਵੇਂ ਕਿੰਨਾ ਹੀ ਗਹਿਰਾ ਕਿਉਂ ਨਾ ਹੋਵੇ, ਭਾਵੇਂ ਕਿੰਨੇ ਵੀ ਭੂਤ ਕਿਉਂ ਨਾ ਚੁੰਬੜੇ ਹੋਣ, ਇਹ ਸਾਨੂੰ ਮਸੀਹ ਦੇ ਪਿਆਰ ਤੋਂ ਵੱਖ ਨਹੀਂ ਕਰ ਸਕਦੇ। ਪਰਮੇਸ਼ਰ ਤੁਹਾਨੂੰ ਪਿਆਰ ਕਰਦਾ ਹੈ ਅਤੇ ਮਸੀਹ ਨੇ ਤੁਹਾਡੇ ਲਈ ਆਪਣੀ ਜਾਨ ਦਿੱਤੀ ਹੈ ਅਤੇ ਇਸ ਦਾ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ ਜਾਂ ਤੁਸੀਂ ਕੀ ਕੀਤਾ ਹੈ। ਉਹ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇਗਾ ਜੇ ਤੁਸੀਂ ਉਸ ਤੇ ਭਰੋਸਾ ਕਰਦੇ ਹੋ ਅਤੇ ਤੁਸੀਂ ਆਪਣੀ ਬਾਕੀ ਦੀ ਜ਼ਿੰਦਗੀ ਪਰਮੇਸ਼ਰ ਨੂੰ ਇਹ ਕਹਿ ਕੇ ਗੁਜ਼ਾਰੋਗੇ, ਮੇਰੇ ਨਿੱਜੀ ਮੁਕਤੀਦਾਤਾ, ਮੈਂ ਤੈਨੂੰ ਪਿਆਰ ਕਰਦਾ ਹਾਂ। ਇਹ ਉਸ ਦੀ ਸੇਵਾ ਦਾ ਮਹਾਨ ਮਕਸਦ ਹੈ। ਅਸੀਂ ਪ੍ਰਭੂ ਪਰਮੇਸ਼ਰ ਦੀ ਸੇਵਾ ਇਸ ਲਈ ਨਹੀਂ ਕਰਦੇ ਕਿ ਅਸੀਂ ਉਸ ਲਈ ਉਸ ਦਾ ਪਿਆਰ ਬਣ ਸਕੀਏ। ਅਸੀਂ ਉਸ ਦੀ ਸੇਵਾ ਇਸ ਲਈ ਕਰਦੇ ਹਾਂ ਕਿਉਂਕਿ ਉਸ ਨੇ ਸਾਨੂੰ ਪਿਆਰ ਕੀਤਾ ਹੈ ਅਤੇ ਅਸੀਂ ਆਪਣੇ ਪਿਆਰ ਨੂੰ ਜ਼ਾਹਿਰ ਕਰਨ ਦੇ ਤਰੀਕੇ ਲੱਭਣ ਦੀ ਕੋਸ਼ਿਸ਼ ਕਰਨ ਤੋਂ ਆਪਣੇ ਆਪ ਨੂੰ ਦੂਰ ਰੱਖਣ ਲਈ ਸਿਰਫ ਇੰਨਾ ਹੀ ਕਰ ਸਕਦੇ ਹਾਂ ਕਿ ਉਸ ਨੂੰ ਚੇਤੇ ਰੱਖੀਏ ਜੋ ਉਸ ਨੇ ਸਾਡੇ ਲਈ ਕੀਤਾ ਹੈ। ਅਤੇ ਜੇ ਤੁਸੀਂ ਉਸ ਨੂੰ ਉਹ ਤਰੀਕਾ ਲੱਭਣ ਅਤੇ ਉਸ ਨੂੰ ਤੁਹਾਡੇ ਪਾਪ ਮਾਫ ਕਰਨ ਦਿਓ ਜਾਂ ਹਾਲੇ ਤੱਕ ਨਹੀਂ ਹੋਏ, ਤਾਂ ਤੁਸੀਂ ਅੱਜ ਇੱਥੇ ਆਪਣੀ ਜ਼ਿੰਦਗੀ ਨੂੰ ਉਸ ਮਹਾਨ ਇੱਛਾ ਨਾਲ ਗੁਜ਼ਾਰਨ ਲਈ ਜਾਓਗੇ ਜਿਸ ਤਰ੍ਹਾਂ ਮਰੀਅਮ ਮਗਦਲੀਨੀ ਨੇ ਆਪਣੀ ਜ਼ਿੰਦਗੀ ਯਿਸੂ ਦੇ ਗਵਾਹ ਬਣ ਕੇ ਗੁਜ਼ਾਰੀ। ਆਮੀਨ।
ਪਿਆਰੇ ਦਰਸ਼ਕੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਰੀਅਮ ਮਗਦਲੀਨੀ ਦੇ ਬਾਰੇ ਵੇਖ ਰਹੇ ਸੀ। ਅਸੀਂ ਵੇਖਿਆ ਕਿ ਜਦੋਂ ਮਰੀਅਮ ਮਗਦਲੀਨੀ ਨੂੰ ਪ੍ਰਭੂ ਯਿਸੂ ਜੀ ਨੇ ਛੁਟਕਾਰਾ ਦਿੱਤਾ ਤਾਂ ਉਹ ਪ੍ਰਭੂ ਯਿਸੂ ਜੀ ਦੀ ਸੇਵਾ ਕਰਨ ਲੱਗ ਪਈ। ਦੋਸਤੋ, ਜਦੋਂ ਅਸੀਂ ਇਸ ਗੱਲ ਨੂੰ ਜਾਣ ਲੈਂਦੇ ਹਾਂ ਕਿ ਪ੍ਰਭੂ ਨੇ ਸਾਡੇ ਲਈ ਕੀ ਕੀਤਾ ਤਾਂ ਕਿਸੇ ਵੀ ਹਾਲਾਤ ਵਿੱਚ ਅਸੀਂ ਉਸ ਦੀ ਸੇਵਾ ਕਰਨਾ ਚਾਹਾਂਗੇ। ਇਹ ਸੇਵਾ ਪਰਮੇਸ਼ਰ ਦੇ ਪ੍ਰਤੀ ਧੰਨਵਾਦ ਅਤੇ ਅਹਿਸਾਨਮੰਦ ਨੂੰ ਦੱਸਦੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਉਹ ਪ੍ਰਭੂ ਨੂੰ ਕਿੰਨਾ ਪਿਆਰ ਕਰਦਾ ਹੈ। ਮਰੀਅਮ ਮਗਦਲੀਨੀ ਦੀ ਸੇਵਾ ਤੋਂ ਸਾਨੂੰ ਇਹੋ ਪਤਾ ਚੱਲਦਾ ਹੈ ਕਿ ਉਹ ਪ੍ਰਭੂ ਜੀ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੀ ਸੀ ਅਤੇ ਪਰਮੇਸ਼ਰ ਦੇ ਪ੍ਰਤੀ ਉਸ ਦੇ ਪ੍ਰੇਮ ਦਾ ਇਹ ਇੱਕ ਉੱਤਮ ਉਦਾਹਰਣ ਹੈ। ਜਦੋਂ ਯਿਸੂ ਜੀ ਨੂੰ ਸਲੀਬ ਦਿੱਤੀ ਗਈ ਤਾਂ ਸਾਰੇ ਉਹਨਾਂ ਨੂੰ ਛੱਡ ਕੇ ਚਲੇ ਗਏ, ਪਰ ਮਰੀਅਮ ਮਗਦਲੂਨੀ ਉਸ ਸਮੇਂ ਵੀ ਉੱਥੇ ਹੀ ਖੜੀ ਰਹੀ। ਉਹ ਪ੍ਰਭੂ ਯਿਸੂ ਜੀ ਦੇ ਪ੍ਰਤੀ ਅੰਤ ਤੱਕ ਵਫਾਦਾਰ ਰਹੀ। ਅਸੀਂ ਜਾਣਿਆ ਕਿ ਉਹ ਯਿਸੂ ਜੀ ਦੇ ਦਫਨਾਏ ਜਾਣ ਵੇਲੇ ਵੀ ਨਾਲ ਸੀ। ਅਸੀਂ ਇਹ ਵੀ ਵੇਖਿਆ ਕਿ ਮਰੀਅਮ ਮਗਦਲੀਨੀ ਯਿਸੂ ਜੀ ਦੇ ਜੀ ਉੱਠਣ ਦੇ ਵੇਲੇ ਵੀ ਉਹਨਾਂ ਦੇ ਨਾਲ ਸੀ। ਉਹਨੇ ਹੀ ਸਭ ਤੋਂ ਪਹਿਲਾਂ ਇਸ ਗੱਲ ਦਾ ਐਲਾਨ ਕੀਤਾ ਕਿ ਪ੍ਰਭੂ ਯਿਸੂ ਜੀ ਹੁਣ ਮੁਰਦਿਆਂ ਵਿੱਚੋਂ ਜੀ ਉੱਠ ਗਏ ਹਨ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਤੋਂ ਆਸ਼ੀਸ਼ ਪਾਈ ਹੋਏਗੀ। ਹੁਣ ਸਾਨੂੰ ਪ੍ਰੋਗਰਾਮ ਨੂੰ ਸਮਾਪਤ ਕਰਨ ਦੀ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡੇ ਚਰਨਾਂ 'ਚ ਆਉਂਦੇ ਇੱਕ ਵਾਰ ਫਿਰ ਤੋਂ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਮਰੀਅਮ ਮਗਦਲੀਨੀ ਦੇ ਜੀਵਨ ਤੋਂ ਸਾਨੂੰ ਸਿੱਖਿਆ ਦਿੱਤੀ ਹੈ। ਤੁਸੀਂ ਸਿਖਾਇਆ ਕਿ ਪਿਤਾ, ਜਦੋਂ ਕੋਈ ਵਿਅਕਤੀ ਜਿਹਦੇ ਜੀਵਨ ਦੇ ਵਿੱਚ ਕੰਮ ਹੁੰਦਾ ਹੈ, ਜੋ ਬੁਰਾਈਆਂ ਤੋਂ ਫਸਿਆ ਹੋਇਆ ਹੁੰਦਾ ਪ੍ਰਭੂ, ਔਰ ਸ਼ੈਤਾਨ ਦਾ ਜਕੜਿਆ ਹੋਇਆ ਹੁੰਦਾ ਹੈ, ਜਦ ਤੁਸੀਂ ਉਹਨੂੰ ਛੁਟਕਾਰਾ ਦਿੰਦੇ ਹੋ ਤਾਂ ਉਹ ਸੱਚੇ ਮਨ ਨਾਲ ਤੁਹਾਡੀ ਸੇਵਾ ਕਰਦਾ, ਤੁਹਾਡੇ ਪਿੱਛੇ ਚੱਲਦਾ ਹੈ। ਪ੍ਰਭੂ ਜੀ, ਅਸੀਂ ਮਰੀਅਮ ਦੇ ਉਸ ਵਿਵਹਾਰ ਨੂੰ ਦੇਖਿਆ, ਉਸ ਦੇ ਚਰਿੱਤਰ ਨੂੰ ਦੇਖਿਆ ਕਿ ਕਿਸ ਤਰ੍ਹਾਂ ਤੁਸੀਂ ਪੂਰੀ ਤਰ੍ਹਾਂ ਉਸ ਨੂੰ ਬਦਲ ਦਿੱਤਾ ਅਤੇ ਉਹ ਤੁਹਾਡੀ ਸੇਵਾ ਵਿੱਚ ਲੱਗ ਗਈ। ਉਹਨੇ ਪਿਤਾ ਪਰਮੇਸ਼ਰ ਤੁਹਾਨੂੰ ਕਿਸੇ ਵੀ ਬੁਰੇ ਵਕਤ ਵਿੱਚ ਨਾ ਛੱਡਿਆ, ਉਹ ਹਮੇਸ਼ਾ ਤੁਹਾਡੇ ਨਾਲ ਰਹੀ। ਪਿਤਾ ਪਰਮੇਸ਼ਰ, ਪ੍ਰੀਖਿਆਵਾਂ ਆਉਂਦੀਆਂ ਹਨ, ਹੋਰ ਪਿਤਾ ਪਰਮੇਸ਼ਰ ਇਸ ਦੇ ਵਿੱਚ ਅਸੀਂ ਬਹੁਤ ਵਾਰ ਗਲਤ ਫੈਸਲੇ ਲੈਂਦੇ ਹਾਂ, ਬਹੁਤ ਵਾਰ ਡਰ ਜਾਂਦੇ ਹਾਂ, ਲੇਕਿਨ ਪ੍ਰਭੂ ਜੀ ਮਰੀਅਮ ਤੁਹਾਡੇ ਪਿੱਛੇ ਚੱਲਦੀ ਰਹੀ। ਚੇਲੇ ਛੱਡ ਗਏ, ਦੂਸਰੇ ਲੋਕ ਛੱਡ ਗਏ, ਲੇਕਿਨ ਪ੍ਰਭੂ ਜੀ ਇਸ ਮਰੀਅਮ ਮਗਦਲੀਨੀ ਨੇ ਤੁਹਾਡਾ ਸਾਥ ਨਾ ਛੱਡਿਆ। ਅੱਜ ਪਿਤਾ ਪਰਮੇਸ਼ਰ, ਸਾਡੀ ਪ੍ਰਾਰਥਨਾ ਹੈ ਸਾਨੂੰ ਵੀ ਇਸ ਤਰ੍ਹਾਂ ਦੀ ਹਿੰਮਤ, ਇਸ ਤਰ੍ਹਾਂ ਦਾ ਹੌਸਲਾ ਦਿਓ, ਇਸ ਤਰ੍ਹਾਂ ਦਾ ਪਿਆਰ ਦਾ ਪ੍ਰਭੂ ਜੀ ਵਰਦਾਨ ਦਿਓ ਕਿ ਅਸੀਂ ਹਮੇਸ਼ਾ ਆਪਣੇ ਚੰਗੇ ਮਾੜੇ ਸਮੇਂ ਦੇ ਵਿੱਚ ਤੁਹਾਨੂੰ ਪਿਆਰ ਕਰਦੇ ਰਹੀਏ ਔਰ ਤੁਹਾਡੇ ਪਿੱਛੇ ਚੱਲਦੇ ਰਹੀਏ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ। ਆਮੀਨ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।